ਗੁੱਡ ਮਾਰਨਿੰਗ ਆਲ ਡੀਅਰ ਸਟੂਡੈਂਟਸ। ਜਿਵੇਂ ਕਿ ਅਸੀਂ ਪਹਿਲਾਂ ਦਿੱਲੀ ਸਲਤਨਤ ਬਾਰੇ ਪੜ੍ਹ ਰਹੇ ਹਾਂ ਅਤੇ ਉਸ ਦੇ ਕੁਐਸਚਨ ਆਨਸਰ ਵੀ ਨਾਲ ਦੀ ਨਾਲ ਹੀ ਕਰ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਨੇ ਕੁਤਬੁਦੀਨ ਐਬਕ, ਇਲਤੁਤਮਿਸ਼, ਰਜ਼ੀਆ ਸੁਲਤਾਨ, ਬਲਬਨ ਜੋ ਕਿ ਗੁਲਾਮ ਵੰਸ਼ ਨਾਲ ਸੰਬੰਧ ਰੱਖਦੇ ਸਨ, ਫਿਰ ਅਲਾਉਦੀਨ ਖਿਲਜੀ, ਜਲਾਲੂਦੀਨ ਖਿਲਜੀ, ਖਿਲਜੀ ਵੰਸ਼। ਹੁਣ ਅਸੀਂ ਕਰ ਰਹੇ ਹਾਂ ਤੁਗਲਕ ਵੰਸ਼, ਜਿਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪੜ੍ਹਿਆ ਸੀਗਾ ਗਿਆਸੁਦੀਨ ਤੁਗਲਕ। ਗਿਆਸੁਦੀਨ ਤੁਗਲਕ ਨੇ 1320 ਦੇ ਵਿੱਚ ਤੁਗਲਕ ਵੰਸ਼ ਦੀ ਨੀਂਹ ਰੱਖੀ ਸੀ ਅਤੇ ਉਸਨੇ 1325 ਈਸਵੀ ਤੱਕ ਰਾਜ ਕੀਤਾ ਸੀ। ਫਿਰ ਮੁਹੰਮਦ ਬਿਨ ਤੁਗਲਕ 1325 ਤੋਂ 1351 ਈਸਵੀ ਤੱਕ ਉਸਨੇ ਉਸਦੀਆਂ ਸਾਰੀਆਂ ਹੀ ਨੀਤੀਆਂ ਉਸਦੇ ਵਿਰੁੱਧ ਗਈਆਂ। ਭਾਵ ਜੋ ਵੀ ਉਸਨੇ ਵਧੀਆ ਕੰਮ ਕਰਨਾ ਚਾਹਿਆ, ਪਰ ਉਹ ਉਸਦਾ ਨਤੀਜਾ ਮਾੜਾ ਹੀ ਨਿਕਲਿਆ। ਅਤੇ ਮੁਹੰਮਦ ਬਿਨ ਤੁਗਲਕ ਨੇ 1325 ਤੋਂ ਲੈ ਕੇ 1351 ਈਸਵੀ ਤੱਕ ਰਾਜ ਕੀਤਾ ਸੀ। ਮੁਹੰਮਦ ਬਿਨ ਤੁਗਲਕ ਨੂੰ ਇੱਕ ਬੁੱਧੀਮਾਨ ਮੂਰਖ ਕਿਹਾ ਜਾਂਦਾ। ਉਹ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਸੀ, ਪਰ ਹਰੇਕ ਨੀਤੀਆਂ ਉਸਦੇ ਉਲਟ ਗਈਆਂ। ਸਭ ਤੋਂ ਪਹਿਲਾਂ ਉਸਨੇ 1327 ਵਿੱਚ ਰਾਜਧਾਨੀ, ਜਿੰਨੇ ਵੀ ਇਸ ਤੋਂ ਪਹਿਲਾਂ ਸੁਲਤਾਨ ਹੋਏ ਸਨ, ਇਕੱਲਾ ਕੁਤਬੁਦੀਨ ਐਬਕ ਨੂੰ ਛੱਡ ਕੇ, ਕੁਤਬੁਦੀਨ ਐਬਕ ਦੀ ਰਾਜਧਾਨੀ ਲਾਹੌਰ ਸੀ। ਬਾਕੀ ਸਾਰੇ ਸੁਲਤਾਨਾਂ ਦੀ ਜੋ ਰਾਜਧਾਨੀ ਸੀ ਉਹ ਸੀਗੀ ਦਿੱਲੀ। ਤਾਂ ਮੁਹੰਮਦ ਬਿਨ ਤੁਗਲਕ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਸੀ ਜਿਸ ਨੇ ਆਪਣੀ ਰਾਜਧਾਨੀ ਨੂੰ ਦਿੱਲੀ ਤੋਂ ਬਦਲ ਕੇ ਦੇਵਗਿਰੀ ਕੀਤਾ ਸੀ, ਦੌਲਤਾਬਾਦ। ਕਿਉਂਕਿ ਕੀਤਾ ਤਾਂ ਉਹਨੇ ਆਪਣੇ ਭਲੇ ਲਈ ਸੀ ਕਿ ਪਹਿਲੀ ਗੱਲ ਤਾਂ ਜੋ ਦਿੱਲੀ ਹੈ ਉਸ 'ਤੇ ਮੰਗੋਲ ਹਮਲਾ ਛੇਤੀ ਕਰ ਦਿੰਦੇ ਨੇ ਕਿ ਮੰਗੋਲਾਂ ਦੇ ਹਮਲੇ ਤੋਂ ਰੱਖਿਆ ਕੀਤੀ ਜਾ ਸਕੇ। ਦੂਜਾ, ਉਸ ਦੇ ਸਮੇਂ ਤੱਕ ਵਿਸਤਾਰ ਦੱਖਣੀ ਭਾਰਤ ਤੱਕ ਵੀ ਹੋ ਚੁੱਕਿਆ ਸੀ, ਤਾਂ ਉਹ ਚਾਹੁੰਦਾ ਸੀਗਾ ਵੀ ਇੱਕ ਬਿਲਕੁਲ ਸੈਂਟਰ ਕੇਂਦਰੀ ਭਾਗ ਹੋਵੇ ਜਿੱਥੇ ਉੱਤਰ ਵੱਲ ਵੀ ਅਤੇ ਦੱਖਣ ਵੱਲ ਵੀ ਬਰਾਬਰ ਦਾ ਨਿਗਰਾਨੀ ਰੱਖ ਸਕੇ ਅਤੇ ਰੱਖਿਆ ਕੀਤੀ ਜਾ ਸਕੇ ਅਤੇ ਸ਼ਾਸਨ ਪ੍ਰਬੰਧ ਵਧੀਆ ਹੋ ਸਕੇ। ਅਤੇ ਜਦੋਂ ਉਸਨੇ ਸਾਰੇ ਲੋਕਾਂ ਨੂੰ, ਸਾਰੇ ਨਾਗਰਿਕਾਂ ਨੂੰ, ਦਿੱਲੀ ਦਿਆਂ ਨੂੰ ਦੌਲਤਾਬਾਦ ਜਾਣ ਲਈ ਕਿਹਾ ਤਾਂ ਕੁਝ ਲੋਕ ਤਾਂ ਇਸ ਹਊਏ ਵਿੱਚ ਹੀ ਮਰ ਗਏ ਅਤੇ ਕੁਝ ਰਸਤੇ ਵਿੱਚ ਭੁੱਖੇ ਤਿਹਾਏ ਸਫ਼ਰ ਦੇ ਥੱਕੇ ਹੋਏ ਮਰ ਗਏ। ਅਤੇ ਜਦੋਂ ਸਾਰੇ ਦੇਵਗਿਰੀ ਵਿੱਚ ਚਲੇ ਗਏ ਤਾਂ ਫਿਰ ਦੇਖਿਆ ਕਿ ਉੱਤਰੀ ਭਾਰਤ ਦੀ ਹਾਲਤ, ਸ਼ਾਸਨ ਪ੍ਰਬੰਧ ਬਹੁਤ ਮਾੜਾ ਹੋ ਗਿਆ। ਤਾਂ ਦੁਬਾਰਾ ਫਿਰ ਦਿੱਲੀ ਨੂੰ ਰਾਜਧਾਨੀ ਬਣਾਇਆ। ਦੇਖੋ ਕਿੰਨਾ ਖਰਚ ਹੋਇਆ, ਕਿੰਨੇ ਲੋਕ ਮਾਰੇ ਗਏ। ਫਿਰ ਉਸਨੇ ਕੀ ਕੀਤਾ, ਕਾਂਸੇ ਦੇ ਸਿੱਕੇ ਜਾਰੀ ਕਰਨਾ। ਕਿਉਂਕਿ ਆਰਥਿਕ ਮੰਦੀ ਆ ਗਈ ਸੀ ਅਤੇ ਜਿਸ ਦੇ ਕਰਕੇ ਚਾਂਦੀ ਦੀ ਘਾਟ ਪੈ ਗਈ ਸੀ। ਤਾਂ ਇਸਨੇ ਕੀ ਕੀਤਾ, ਚਾਂਦੀ ਦੇ ਟਕੇ ਦੀ ਥਾਂ 'ਤੇ ਇਸਨੇ ਕਾਂਸੇ ਦੇ ਸਿੱਕੇ ਜਾਰੀ ਕਰਤੇ ਉਸੇ ਮੁੱਲ ਦੇ। ਇਸ ਦਾ ਵੀ ਘਾਟਾ ਹੀ ਪਿਆ ਲੋਕਾਂ ਨੇ, ਘਰਾਂ ਵਿੱਚ ਕਿਉਂਕਿ ਕੋਈ ਟਕਸਾਲ ਤਾਂ ਹੈ ਨਹੀਂ ਸੀ ਵੀ ਜਿੱਥੇ ਕੋਈ ਥੱਪਾ ਲੱਗਿਆ ਹੁੰਦਾ ਵੀ ਇਹ ਸਿੱਕਾ ਇੱਥੋਂ ਜਾਰੀ ਕੀਤਾ। ਜਿਵੇਂ ਸਾਡੇ ਹੁਣ ਭਾਰਤ ਦੇ ਜੋ ਨੋਟ ਆਉਂਦੇ ਨੇ ਉਹਨਾਂ ਉੱਤੇ ਸਾਡੇ ਆਰ ਬੀ ਆਈ ਦਾ ਗਵਰਨਰ ਹੁੰਦਾ ਹੈ, ਉਸਦੇ ਹਸਤਾਖਰ ਹੁੰਦੇ ਹਨ। ਅਤੇ ਪਰ ਉਹਨਾਂ ਦਿਨਾਂ ਵਿੱਚ ਕੋਈ ਵੀ ਟਕਸਾਲ ਨਹੀਂ ਸੀ। ਟਕਸਾਲ ਤੋਂ ਭਾਵ ਜਿੱਥੇ ਸਿੱਕੇ ਬਣਾਏ ਜਾਂਦੇ ਸਨ, ਜਿਸ ਦੇ ਉੱਤੇ ਜਿਵੇਂ ਅੱਜ ਕੱਲ੍ਹ ਸਾਡੇ ਆਰ ਬੀ ਆਈ, ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਦੇ ਹਰੇਕ ਕਰੰਸੀ ਨੋਟ ਉੱਤੇ ਸਿਗਨੇਚਰ ਹੁੰਦੇ ਹਨ ਕਿ ਇਹ ਅਸਲੀ ਨੋਟ ਹੈ, ਪਰ ਉਸ ਸਮੇਂ ਅਜਿਹਾ ਕੋਈ ਪ੍ਰਬੰਧ ਨਹੀਂ ਸੀ। ਤਾਂ ਜਦੋਂ ਮੁਹੰਮਦ ਬਿਨ ਤੁਗਲਕ ਨੇ ਤਾਂਬੇ ਦੇ ਸਿੱਕੇ ਜਾਰੀ ਕਰ ਦਿੱਤੇ, ਤਾਂ ਕਾਂਸੇ ਦੇ ਸਿੱਕੇ ਜਾਰੀ ਕਰ ਦਿੱਤੇ, ਤਾਂ ਲੋਕਾਂ ਨੇ ਘਰਾਂ ਵਿੱਚ ਹੀ ਆਪ ਹੀ ਜੋ ਉਹਨਾਂ ਦੇ ਘਰੇ ਬਰਤਨ ਸਨ ਉਹਨਾਂ ਨੂੰ ਤੋੜ ਕੇ, ਭੰਨ ਕੇ ਆਪਣੇ ਮਰਜ਼ੀ ਨਾਲ ਸਿੱਕੇ ਬਣਾ ਲਏ। ਕਿਉਂਕਿ ਉਹਨਾਂ ਦਾ ਕੋਈ ਨਿਸ਼ਚਿਤ ਵਜ਼ਨ ਨਹੀਂ ਸੀ, ਕੋਈ ਨਿਸ਼ਚਿਤ ਕੋਈ ਆਕਾਰ ਨਹੀਂ ਸੀ, ਨਾ ਕਿਸੇ ਦੇ ਕੋਈ ਹਸਤਾਖਰ ਹੁੰਦੇ ਸਨ, ਨਾ ਕਿਸੇ ਦੇ ਕੋਈ ਸਿਗਨੇਚਰ ਹੁੰਦੇ ਸਨ। ਤਾਂ ਕਰਕੇ ਫਿਰ ਇਸ ਚੀਜ਼ ਦਾ ਬੜਾ ਘਾਟਾ ਪਿਆ। ਅਤੇ ਜੋ ਵਪਾਰ ਹੁੰਦਾ ਸੀ, ਵਪਾਰੀ ਲੋਕ ਚਾਂਦੀ ਦੇ ਸਿੱਕਿਆਂ ਨਾਲ ਵਪਾਰ ਕਰਦੇ ਸਨ, ਉਹ ਲੈਣ ਦੇਣ ਕਰਦੇ ਸਨ। ਇਹ ਚੀਜ਼ ਵੀ ਇਸ ਦੇ ਲਈ ਬਹੁਤ ਮਾਰੂ ਸਿੱਧ ਹੋਈ ਅਤੇ ਅਖੀਰ ਦੇ ਵਿੱਚ ਮੁਹੰਮਦ ਬਿਨ ਤੁਗਲਕ ਨੇ ਆਪਣਾ ਆਦੇਸ਼ ਵਾਪਸ ਲੈ ਲਿਆ ਸੀ ਅਤੇ ਲੋਕਾਂ ਨੂੰ ਕਾਂਸੇ ਦੇ ਸਿੱਕਿਆਂ ਦੇ ਬਦਲੇ ਚਾਂਦੀ ਦੇ ਸਿੱਕੇ ਦਿੱਤੇ ਸਨ, ਜਿਸ ਨਾਲ ਸਾਮਰਾਜ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਸੀ। ਫਿਰ ਉਸਨੇ ਦੁਆਬ ਵਿੱਚ ਲਗਾਨਬੰਦੀ, ਦੁਆਬੇ ਦੇ ਵਿੱਚ ਜਮਨਾ ਦੇ ਖੇਤਰ ਦੇ ਵਿੱਚ ਇਸਨੇ ਜ਼ਿਆਦਾ ਕਰ ਦਿੱਤਾ ਸੀ, ਲਗਾਨ ਲਗਾ ਦਿੱਤਾ ਸੀ, ਟੈਕਸ ਲਗਾ ਦਿੱਤਾ ਸੀ। ਪਰ ਲਗਾਨ ਉਹਨਾਂ ਦਿਨਾਂ ਵਿੱਚ ਲੱਗਿਆ ਜਦੋਂ ਫਸਲ ਨਾ ਹੋਈ, ਕਾਲ ਪੈ ਗਿਆ, ਬੜੀ ਮਾੜੀ ਹਾਲਤ ਹੋ ਗਈ ਕਿਸਾਨਾਂ ਦੀ। ਤਾਂ ਇਹ ਵੀ ਇਸ ਦੇ ਲਈ ਮਾਰੂ ਸਿੱਧ ਹੋਇਆ। ਫਿਰ ਚੌਥਾ, ਇਸਨੇ ਖੁਰਾਸਨ ਨੂੰ ਜਿੱਤਣ ਦੀ ਯੋਜਨਾ ਬਣਾਈ। 1 ਸਾਲ ਵਾਸਤੇ ਸੈਨਿਕ ਰੱਖੇ, ਉਹਨਾਂ ਨੂੰ
ਤਨਖਾਹਾਂ ਦਿੱਤੀਆਂ, ਖਰਚੇ ਦਿੱਤੇ, ਪਰ ਬਾਅਦ ਦੇ ਵਿੱਚ ਉਸਨੇ ਯੋਜਨਾ ਛੱਡ ਦਿੱਤੀ ਅਤੇ ਸੈਨਿਕਾਂ ਨੂੰ ਫੌਜ ਵਿੱਚੋਂ ਕੱਢ ਦਿੱਤਾ। ਤਾਂ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ ਮੁਹੰਮਦ ਬਿਨ ਤੁਗਲਕ ਦੇ। ਅਤੇ ਤਾਂ ਕਰਕੇ ਫਿਰ ਜੋ ਮੁਹੰਮਦ ਬਿਨ ਤੁਗਲਕ ਸੀ ਉਸਨੂੰ ਬੁੱਧੀਮਾਨ ਮੂਰਖ, ਪੜ੍ਹਿਆ ਲਿਖਿਆ ਮੂਰਖ ਕਿਹਾ ਜਾਂਦਾ ਹੈ ਭਾਰਤੀ ਇਤਿਹਾਸ ਵਿੱਚ। ਜੋ ਅਸੀਂ ਅੱਜ ਕਰਨਾ ਗਾ ਮੁਹੰਮਦ ਬਿਨ ਤੁਗਲਕ ਦੀ ਮੌਤ 1351 ਈਸਵੀ ਵਿੱਚ ਹੋਈ, 1351 AD ਵਿੱਚ ਹੋਈ। ਮੁਹੰਮਦ ਬਿਨ ਤੁਗਲਕ ਦੀ ਮੌਤ ਤੋਂ ਬਾਅਦ ਫਿਰੋਜ਼ ਸ਼ਾਹ ਤੁਗਲਕ ਦਿੱਲੀ ਦਾ ਸੁਲਤਾਨ ਬਣਿਆ ਸੀ। ਜੋ ਫਿਰੋਜ਼ ਸ਼ਾਹ ਤੁਗਲਕ ਸੀ ਉਹ ਇੱਕ ਨਰਮ ਦਿਲ ਇਨਸਾਨ ਸੀ। ਇੱਕ ਤਾਂ ਇਸ ਦੀ ਉਮਰ ਜ਼ਿਆਦਾ ਹੋ ਚੁੱਕੀ ਸੀ, ਤਾਂ ਕਰਕੇ ਇਹ ਨਰਮ ਦਿਲੀ ਸੀਗਾ। ਅਤੇ ਫਿਰੋਜ਼ ਸ਼ਾਹ ਤੁਗਲਕ ਨੇ 1351 ਤੋਂ ਲੈ ਕੇ 1388 ਈਸਵੀ ਤੱਕ, 1351 ਤੋਂ ਲੈ ਕੇ 1388 ਈਸਵੀ AD ਤੱਕ ਰਾਜ ਕੀਤਾ ਸੀ। ਉਸਨੇ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਸ਼ੁਰੂ ਕੀਤੀਆਂ, ਭਾਵੇਂ ਲੋਕਾਂ ਦੀ ਭਲਾਈ ਕਰਨਾ ਚਾਹੁੰਦਾ ਸੀ। ਉਸਨੇ ਕਈ ਨਹਿਰਾਂ, ਤਲਾਬ, ਖੂਹ, ਹਸਪਤਾਲ, ਸਰਾਵਾਂ ਆਦਿ ਬਣਵਾਏ। ਉਸਨੇ ਕੁਝ ਨਵੇਂ ਕਸਬੇ ਜਿਵੇਂ ਫਿਰੋਜ਼ਾਬਾਦ, ਫਿਰੋਜ਼ਪੁਰ, ਜੋਧਪੁਰ, ਹਿਸਾਰ ਹੈ ਜੋ ਵਰਤਮਾਨ ਹਰਿਆਣੇ ਦੇ ਵਿੱਚ ਹੈ, ਫਿਰੋਜ਼ਾਬਾਦ, ਫਿਰੋਜ਼ਪੁਰ ਜੋ ਪੰਜਾਬ ਦਾ ਬਿਲਕੁਲ, ਜਿਸ ਦੀ ਪਾਕਿਸਤਾਨ ਦੇ ਨਾਲ ਹੱਦ ਲੱਗਦੀ ਹੈ, ਪੰਜਾਬ ਦਾ ਭਾਗ ਹੈ। ਫਿਰੋਜ਼ਪੁਰ ਪੰਜਾਬ ਦਾ, ਜਿਸ ਦੀ ਪਾਕਿਸਤਾਨ ਨਾਲ ਹੱਦ ਲੱਗਦੀ ਹੈ। ਹਿਸਾਰ ਸਾਡਾ ਅੱਜ ਕੱਲ੍ਹ ਹਰਿਆਣੇ ਵਿੱਚ ਹੈ, ਹਰਿਆਣਾ ਸਟੇਟ ਵਿੱਚ ਹੈ ਹਿਸਾਰ। ਫਿਰੋਜ਼ਾਬਾਦ, ਫਿਰੋਜ਼ਪੁਰ, ਜੋਧਪੁਰ, ਹਿਸਾਰ ਆਦਿ ਸਥਾਪਿਤ ਕੀਤੇ। 1388 ਵਿੱਚ ਫਿਰੋਜ਼ ਸ਼ਾਹ ਦੀ ਮੌਤ ਹੋ ਗਈ। 1388 ਵਿੱਚ ਫਿਰੋਜ਼ ਸ਼ਾਹ ਦੀ ਮੌਤ ਹੋ ਗਈ। ਤਾਂ ਇਸ ਤੋਂ ਬਾਅਦ ਤੁਗਲਕ ਸਾਮਰਾਜ ਦਾ ਲਗਭਗ ਪਤਨ ਹੋ ਚੁੱਕਿਆ ਸੀ ਅਤੇ ਤੈਮੂਰ ਨੇ ਹਮਲਾ ਕੀਤਾ ਸੀ। ਤੈਮੂਰ ਮੱਧ ਏਸ਼ੀਆ ਵਿੱਚ ਬਲਖ ਦਾ ਸ਼ਾਸਕ ਸੀ। 1398 ਈਸਵੀ ਵਿੱਚ ਉਸਨੇ ਭਾਰਤ 'ਤੇ ਹਮਲਾ ਕੀਤਾ ਅਤੇ ਦਿੱਲੀ ਦੀ ਲੁੱਟਮਾਰ ਕੀਤੀ। ਤੈਮੂਰ ਦੇ ਮੱਧ ਏਸ਼ੀਆ ਵਾਪਸ ਜਾਣ ਪਿੱਛੋਂ ਪੰਜਾਬ, ਮਾਲਵਾ ਅਸੀਂ ਮੱਧ ਪ੍ਰਦੇਸ਼ ਨੂੰ ਕਹਿੰਦੇ ਸੀ ਪਹਿਲਾਂ, ਮੱਧ ਭਾਰਤ ਨੂੰ, ਮੇਵਾੜ ਰਾਜਸਥਾਨ ਦੇ ਵਿੱਚ ਹੈ, ਪੰਜਾਬ ਸਾਡਾ ਜੋ ਉੱਤਰ ਪੱਛਮੀ ਪੰਜਾਬ, ਪਾਕਿਸਤਾਨ ਵਾਲਾ ਪੰਜਾਬ ਹੈ, ਜ਼ਿਆਦਾਤਰ ਉਹ ਹਿੱਸਾ ਸੀ। ਪੰਜਾਬ, ਮਾਲਵਾ, ਮੇਵਾੜ, ਜੌਨਪੁਰ, ਖਾਨਦੇਸ਼, ਗੁਜਰਾਤ ਆਦਿ ਪ੍ਰਾਂਤਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ, ਕਿਉਂਕਿ ਤੁਗਲਕ ਵੰਸ਼ ਲਗਭਗ ਖਤਮ ਹੋ ਚੁੱਕਿਆ ਸੀ। ਉਸਦੇ ਉੱਤਰਾਧਿਕਾਰੀ ਵਧੀਆ ਨਹੀਂ ਸਨ, ਯੋਗ ਨਹੀਂ ਸਨ। ਉਧਰ ਤੈਮੂਰ ਨੇ ਲੁੱਟਮਾਰ ਕੀਤੀ, ਤਾਂ ਕਰਕੇ ਬਿਲਕੁਲ ਉਥਲ ਪੁਥਲ ਮੱਚ ਗਈ ਸੀ ਭਾਰਤ ਦੇ ਵਿੱਚ। ਦਿੱਲੀ ਛੱਡਣ ਤੋਂ ਪਹਿਲਾਂ ਤੈਮੂਰ ਨੇ ਖਿੱਜ਼ਰ ਖਾਂ ਨੂੰ ਮੁਲਤਾਨ, ਲਾਹੌਰ ਅਤੇ ਦੀਪਾਲਪੁਰ ਦਾ ਗਵਰਨਰ ਨਿਯੁਕਤ ਕੀਤਾ। ਤਾਂ ਉੱਥੋਂ ਦਾ ਸੂਬੇਦਾਰ ਬਣਾ ਗਿਆ ਕਿਹਨੂੰ? ਖਿੱਜ਼ਰ ਖਾਂ ਨੂੰ। ਮੁਲਤਾਨ, ਲਾਹੌਰ ਅਤੇ ਦੀਪਾਲਪੁਰ ਦਾ ਗਵਰਨਰ ਨਿਯੁਕਤ ਕਰ ਦਿੱਤਾ। 1414 ਈਸਵੀ ਵਿੱਚ ਖਿੱਜ਼ਰ ਖਾਂ ਨੇ ਦਿੱਲੀ ਨੂੰ ਜਿੱਤ ਲਿਆ ਅਤੇ ਤੁਗਲਕ ਸਾਮਰਾਜ ਦਾ ਪਤਨ ਕਰ ਦਿੱਤਾ। 1414 ਵਿੱਚ ਖਿੱਜ਼ਰ ਖਾਂ ਨੇ ਦਿੱਲੀ ਨੂੰ ਜਿੱਤ ਲਿਆ ਅਤੇ ਤੁਗਲਕ ਸਾਮਰਾਜ ਦਾ ਪਤਨ ਕਰ ਦਿੱਤਾ। ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਤੈਮੂਰ ਨੇ ਜਾਣ ਤੋਂ ਪਹਿਲਾਂ ਕਿਸ ਨੂੰ ਆਪਣਾ ਗਵਰਨਰ ਨਿਯੁਕਤ ਕੀਤਾ? ਖਿੱਜ਼ਰ ਖਾਂ ਨੂੰ। ਕਿਸ ਨੂੰ ਕੀਤਾ ਸੀਗਾ? ਖਿੱਜ਼ਰ ਖਾਂ ਨੂੰ ਨਿਯੁਕਤ ਕੀਤਾ ਸੀ। ਕਿੱਥੋਂ ਦਾ? ਲਾਹੌਰ ਦਾ, ਮੁਲਤਾਨ ਦਾ ਅਤੇ ਦੀਪਾਲਪੁਰ ਦਾ, ਜੋ ਬਿਲਕੁਲ ਅਫਗਾਨਿਸਤਾਨ ਵਾਲੇ ਪਾਸੇ, ਜੋ ਉੱਤਰ ਪੱਛਮੀ ਪੰਜਾਬ, ਉੱਤਰ ਪੱਛਮੀ ਸਰਹੱਦੀ ਖੇਤਰ ਸੀ ਭਾਰਤ ਦਾ, ਪਾਕਿਸਤਾਨ ਵਾਲਾ ਪੰਜਾਬ, ਮੁਲਤਾਨ ਪਾਕਿਸਤਾਨ 'ਚ ਹੈ, ਲਾਹੌਰ ਪਾਕਿਸਤਾਨ ਵਿੱਚ ਹੈ ਅਤੇ ਦੀਪਾਲਪੁਰ। ਅਤੇ ਉਹਨਾਂ ਨੂੰ ਉੱਥੋਂ ਦਾ, ਖਿੱਜ਼ਰ ਖਾਂ ਨੂੰ ਉੱਥੋਂ ਦਾ ਗਵਰਨਰ ਨਿਯੁਕਤ ਕਰਕੇ ਤੈਮੂਰ ਆਪ ਵਾਪਸ ਚਲਾ ਗਿਆ ਸੀ। ਅਤੇ 1414 ਵਿੱਚ ਖਿੱਜ਼ਰ ਖਾਂ ਨੇ ਮੌਕੇ ਨੂੰ ਪਛਾਣਦੇ ਹੋਏ ਦਿੱਲੀ ਨੂੰ ਜਿੱਤ ਲਿਆ ਅਤੇ ਤੁਗਲਕ ਸਾਮਰਾਜ ਦਾ ਪਤਨ ਕਰ ਦਿੱਤਾ ਅਤੇ ਉਸਨੇ ਸੱਯਦ ਵੰਸ਼ ਦੀ ਨੀਂਹ ਰੱਖੀ ਸੀ। ਕੁਐਸਚਨ ਆਨਸਰ, ਫਿਰੋਜ਼ ਸ਼ਾਹ ਤੁਗਲਕ ਦੇ ਲੋਕ ਭਲਾਈ ਦੇ ਕੀਤੇ ਕੰਮਾਂ ਨੂੰ ਲਿਖੋ। ਨਹਿਰਾਂ, ਤਲਾਬ, ਖੂਹ, ਹਸਪਤਾਲ, ਸਰਾਵਾਂ ਆਦਿ ਬਣਵਾਏ। ਫਿਰੋਜ਼ ਸ਼ਾਹ ਤੁਗਲਕ ਨੇ ਕਿਹੜੇ ਨਵੇਂ ਕਸਬੇ ਵਸਾਏ? ਹਿਸਾਰ, ਜੋਧਪੁਰ, ਫਿਰੋਜ਼ਪੁਰ, ਜੋਧਪੁਰ ਅਤੇ ਹਿਸਾਰ ਆਦਿ ਉਸਨੇ ਕਸਬੇ ਵਸਾਏ ਸਨ। ਮੁਹੰਮਦ ਬਿਨ ਤੁਗਲਕ ਦੀ ਮੌਤ ਤੋਂ ਬਾਅਦ ਦਿੱਲੀ ਸਲਤਨਤ ਦਾ ਸੁਲਤਾਨ ਬਣਿਆ ਫਿਰੋਜ਼ ਸ਼ਾਹ ਤੁਗਲਕ। ਈਸਵੀ ਵਿੱਚ ਫਿਰੋਜ਼ ਸ਼ਾਹ ਤੁਗਲਕ ਦੀ ਮੌਤ ਹੋਈ। 1388 ਈਸਵੀ ਵਿੱਚ
1414 ਈਸਵੀ ਵਿੱਚ ਖਿਜ਼ਰ ਖਾਨ ਨੇ ਦਿੱਲੀ ਨੂੰ ਜਿੱਤ ਲਿਆ। 1388 ਦੇ ਵਿੱਚ ਫਿਰੋਜ਼ ਸ਼ਾਹ ਤੁਗਲਕ ਦੀ ਮੌਤ ਹੋ ਗਈ ਸੀ ਅਤੇ 1414 ਈਸਵੀ ਵਿੱਚ ਖਿਜ਼ਰ ਖਾਨ ਨੇ ਦਿੱਲੀ ਨੂੰ ਜਿੱਤ ਲਿਆ ਸੀ। ਇਸੇ ਪ੍ਰਕਾਰ ਇਹੀ ਸਲਾਈਡ ਸਾਡੀ ਇੰਗਲਿਸ਼ ਮੀਡੀਅਮ 'ਚ ਆਫਟਰ ਦਾ ਡੈਥ ਆਫ ਮੁਹੰਮਦ ਬਿਨ ਤੁਗਲਕ ਫਿਰੋਜ਼ ਸ਼ਾਹ ਤੁਗਲਕ ਬਿਕੇਮ ਦਾ ਸੁਲਤਾਨ ਆਫ ਦਿੱਲੀ ਸਲਤਨਤ। He started many public welfare works. He built many canals, ਨਹਿਰਾਂ, tanks, ਖੂਹ, ਤਲਾਬ, wells, hospitals and rest houses. He established some new towns like Firozpur, Zonpur, Hisar, Firozabad. He died in 1388. The successors of Firoz Shah Tughlaq did not pay any attention towards the administration of Tughlaq Empire. ਉਹ ਜ਼ਿਆਦਾ ਧਿਆਨ ਨਾ ਦੇ ਸਕੇ। In 1414, Khizr Khan conquered Delhi and declined the Tughlaq Empire. 1414 ਵਿੱਚ ਖਿਜ਼ਰ ਖਾਨ ਨੇ ਦਿੱਲੀ ਨੂੰ ਜਿੱਤ ਲਿਆ ਅਤੇ ਤੁਗਲਕ ਵੰਸ਼ ਦਾ ਪਤਨ ਹੋ ਗਿਆ। ਰਾਈਟ ਦਾ ਪਬਲਿਕ ਵੈਲਫੇਅਰ ਵਰਕਸ ਆਫ ਫਿਰੋਜ਼ ਸ਼ਾਹ ਤੁਗਲਕ ਅਤੇ ਹੀ ਬਿਲਟ ਮੈਨੀ ਕਨਾਲਸ, ਟੈਂਕਸ, ਵੈਲਸ, ਹੌਸਪੀਟਲਸ ਐਂਡ ਰੈਸਟ ਹਾਊਸਿਸ ਵਿੱਚ ਨਿਊ ਟਾਊਨਸ ਵਰ ਐਸਟੈਬਲਿਸ਼ਡ। ਕਿਹੜੇ ਨਵੇਂ ਤਾਂ ਅਸੀਂ ਹੁਣੇ ਪੜ੍ਹਿਆ ਫਿਰੋਜ਼ਪੁਰ, ਜ਼ੋਨਪੁਰ, ਹਿਸਾਰ। ਆਫਟਰ ਦਾ ਡੈਥ ਆਫ ਮੁਹੰਮਦ ਬਿਨ ਤੁਗਲਕ ਫਿਰੋਜ਼ ਸ਼ਾਹ ਤੁਗਲਕ ਬਿਕੇਮ ਦਾ ਸੁਲਤਾਨ ਆਫ ਦਿੱਲੀ ਸਲਤਨਤ। ਫਿਰੋਜ਼ ਸ਼ਾਹ ਤੁਗਲਕ ਡਾਈਡ ਇਨ 1388 1388। In 1414 Khizr Sahib conquered ਖਿਜ਼ਰ ਖਾਨ conquered ਦਿੱਲੀ। 1414 ਵਿੱਚ ਖਿਜ਼ਰ ਖਾਨ ਨੇ ਦਿੱਲੀ ਨੂੰ ਜਿੱਤ ਲਿਆ। ਹੇਠਾਂ ਅੱਜ ਵਾਲੇ ਕੰਮ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਹੀ ਮਾਧਿਅਮਾਂ ਵਿੱਚ ਕੀਤੇ ਹੋਏ ਹਨ ਤਾਂ ਜੋ ਵਿਦਿਆਰਥੀ ਆਪਣਾ ਕੰਮ ਕਰ ਸਕਣ। ਜੇਕਰ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਮੇਰੇ ਇਸ ਨੰਬਰ 9872 76777 'ਤੇ ਮੈਨੂੰ ਕਾਲ ਜਾਂ ਮੈਸੇਜ ਕਰ ਸਕਦੇ ਨੇ। ਧੰਨਵਾਦ।